ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ, ਉਹਨਾਂ ਦਾ ਪਾਵਨ ਪ੍ਰਕਾਸ਼ 1 ਅਪ੍ਰੈਲ 1621 ਈਸਵੀ ਨੂੰ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਅਤੇ ਸਤਿਕਾਰਯੋਗ ਮਾਤਾ ਨਾਨਕੀ ਜੀ ਦੇ ਗ੍ਰਹਿ ਵਿਖੇ ਅੰਮ੍ਰਿਤਸਰ ਸਾਹਿਬ ਹੋਇਆ ਸੀ। 30 ਮਾਰਚ 1664 ਈਸਵੀ ਨੂੰ ਜਦੋਂ ਉਹਨਾਂ ਦੀ ਉਮਰ 43 ਸਾਲਾਂ ਦੀ ਸੀ, ਉਦੋਂ ਉਹ 9ਵੇਂ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੀ ਜ਼ਿੰਮੇਵਾਰੀ ਨੂੰ ਉਹਨਾਂ ਨੇ ਸੰਭਾਲਿਆ ਸੀ। ਉਹਨਾਂ ਦੀ ਸ਼ਹਾਦਤ 11 ਨਵੰਬਰ 1675 ਈਸਵੀ ਨੂੰ ਹੋਈ, ਜਦੋਂ ਉਹਨਾਂ ਦੀ ਉਮਰ 54 ਸਾਲਾਂ ਦੀ ਸੀ। ਨਾਨਕਸ਼ਾਹੀ ਕੈਲੰਡਰ ਨੇ ਇਸ ਤਰੀਕ ਨੂੰ ਨਿਯਤ ਕੀਤਾ ਤਾਂ ਉਹ 24 ਨਵੰਬਰ ਬਣੀ ਹੋਈ ਹੈ। ਅੱਜ ਉਹਨਾਂ ਦੀ ਸ਼ਹਾਦਤ ਨੂੰ 348 ਸਾਲ ਬੀਤ ਚੁੱਕੇ ਨੇ, ਪਰ ਉਹਨਾਂ ਦੀ ਸ਼ਹਾਦਤ ਕੋਈ ਪੁਰਾਣੀ ਨਹੀਂ ਹੋ ਗਈ। ਹਰ ਸਾਲ ਸਮੁੱਚਾ ਸਿੱਖ ਜਗਤ ਹੀ ਨਹੀਂ, ਸਗੋਂ ਹਿੰਦੁਸਤਾਨ ਦੇ ਅੰਦਰ ਬਹੁਤ ਸਾਰੇ ਹਿੰਦੂ ਭੈਣਾਂ ਤੇ ਭਰਾ ਉਹ ਵੀ ਇਸ ਦਿਹਾੜੇ 'ਤੇ ਗੁਰੂ ਮਹਾਰਾਜ ਦੇ ਦਰਬਾਰ 'ਤੇ ਆ ਕੇ ਆਪਣਾ ਸਿਜਦਾ ਕਰਦੇ ਨੇ, ਸਿਰ ਝੁਕਾਉਂਦੇ ਨੇ, ਨਮਸਕਾਰ ਕਰਦੇ ਨੇ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਇਕੱਲੇ ਸ਼ਹੀਦ ਨਹੀਂ ਹੋਏ, ਸਗੋਂ ਉਹਨਾਂ ਤੋਂ ਪਹਿਲਾਂ ਉਹਨਾਂ ਦੇ ਬੜੇ ਹੀ ਪਿਆਰੇ ਸਿੱਖ ਭਾਈ ਮਤੀ ਦਾਸ ਸ਼ਹੀਦ ਹੋਏ ਦਿੱਲੀ ਦੇ ਚਾਂਦਨੀ ਚੌਕ ਦੇ ਅੰਦਰ। ਭਾਈ ਮਤੀ ਦਾਸ ਜੀ ਨੂੰ ਫੱਟਿਆਂ ਦੇ ਵਿੱਚ ਜੜ ਕੇ ਆਰੇ ਦੇ ਨਾਲ ਚੀਰ ਕੇ ਉਹਦੇ ਸਰੀਰ ਦੇ 2 ਫਾੜ ਕੀਤੇ ਗਏ ਸਨ। ਇਤਿਹਾਸਕਾਰ ਦੱਸਦੇ ਨੇ ਕਿ ਭਾਈ ਮਤੀ ਦਾਸ ਜੀ ਜਦੋਂ ਉਹਨਾਂ ਦੇ ਸੀਸ ਦੇ ਉੱਤੇ ਆਰਾ ਰੱਖਿਆ ਸੀ, ਉਹਨਾਂ ਨੇ ਜਪਜੀ ਦਾ ਪਾਠ ਸ਼ੁਰੂ ਕੀਤਾ ਸੀ। ਆਰਾ ਚੱਲਦਾ ਗਿਆ, ਜਪਜੀ ਸਾਹਿਬ ਦਾ ਪਾਠ ਹੁੰਦਾ ਗਿਆ। ਆਪਾਂ ਤੇ ਅੰਦਾਜ਼ਾ ਨਹੀਂ ਲਾ ਸਕਦੇ ਕਿ ਪਾਠ ਕਿਸ ਤਰ੍ਹਾਂ ਹੋਇਆ ਹੋਵੇਗਾ, ਪਰ ਪਾਠ ਹੋਇਆ। ਭਾਈ ਮਤੀ ਦਾਸ ਦੇ ਸਰੀਰ ਦੇ 2 ਟੁਕੜੇ, 2 ਫਾੜ ਇਸ ਤਰ੍ਹਾਂ ਆਸੇ-ਪਾਸੇ ਡਿੱਗੇ ਤੇ ਇਤਿਹਾਸਕਾਰ ਲਿਖਦੇ ਨੇ ਕਿ ਉਹਨਾਂ ਦੋਵਾਂ ਸਰੀਰਾਂ ਦੇ ਵਿੱਚੋਂ ਜਪਜੀ ਸਾਹਿਬ ਜੀ ਦੇ ਪਾਠ ਦੇ ਹੋਣ ਦੀ ਆਵਾਜ਼ ਅਜੇ ਵੀ ਆ ਰਹੀ ਸੀ। ਭਾਈ ਮਤੀ ਦਾਸ ਨੇ ਆਪਣਾ ਸਿਦਕ, ਆਪਣਾ ਸਿਰੜ ਗੁਰੂ ਜੀ ਦੇ ਸਾਹਮਣੇ ਪੂਰਾ ਕਰ ਵਿਖਾਇਆ। ਦੂਜੇ ਸਨ ਭਾਈ ਦਇਆਲ ਦਾਸ ਜੀ। ਦੇਗ ਪਾਣੀ ਦੀ ਉਬਲਦੀ ਏ ਪਈ। ਜਦੋਂ ਭਾਈ ਦਿਆਲਾ ਜੀ ਨੂੰ ਆਖਿਆ ਗਿਆ ਜਾਂ ਧਰਮ ਤਬਦੀਲ ਕਰ ਲਵੋ ਤੇ ਜਾਂ ਫਿਰ ਇਸ ਪਾਣੀ ਦੇ ਉਬਲਦੀ ਹੋਈ ਦੇਗ ਦੇ ਵਿੱਚ ਬੈਠੋ। ਭਾਈ ਦਿਆਲਾ ਜੀ ਦੇਗ ਦੇ ਕੋਲ ਪਹੁੰਚੇ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਉਹਨਾਂ ਦੇ ਦਰਸ਼ਨ ਕਰਕੇ, ਉਹਨਾਂ ਨੂੰ ਯਾਦ ਕਰਦਿਆਂ ਹੋਇਆਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਵੀ ਯਾਦ ਕੀਤਾ। ਤੇ ਮਨ ਹੀ ਮਨ ਇਤਿਹਾਸਕਾਰ ਕਹਿੰਦੇ ਨੇ ਉਹਨਾਂ ਨੇ ਇਹ ਬਚਨ ਆਖੇ, ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ, ਕਦੀ ਉਹ ਵਕਤ ਸੀ ਜਦੋਂ ਤੁਸੀਂ ਲਾਹੌਰ ਦੇ ਅੰਦਰ ਉਬਲਦੇ ਪਾਣੀ ਦੀ ਦੇਗ ਵਿੱਚ ਬੈਠੇ ਸੀ ਤੇ ਤੁਹਾਡਾ ਸਿਦਕ ਕੇਸਾਂ ਤੇ ਸੁਆਸਾਂ ਨਾਲ ਨਿਭਿਆ ਸੀ। ਮੈਂ ਤੁਹਾਡਾ ਸਿੱਖ ਉਬਲਦੇ ਪਾਣੀ ਦੀ ਦੇਗ ਦੇ ਅੰਦਰ ਬੈਠਣ ਲੱਗਾ, ਕਿਰਪਾ ਕਰਨਾ ਮੇਰਾ ਵੀ ਸਿਦਕ ਕੇਸਾਂ ਤੇ ਸੁਆਸਾਂ ਨਾਲ ਨਿਭ ਜਾਏ। ਇਸ ਤਰ੍ਹਾਂ ਦੀ ਮਨੋਭਾਵਾਂ ਦੇ ਨਾਲ ਅਰਦਾਸ ਕਰਕੇ ਭਾਈ ਦਿਆਲਾ ਜੀ ਦੇਗ ਦੇ ਵਿੱਚ ਚੌਂਕੜਾ ਲਗਾ ਕੇ ਬੈਠ ਗਏ ਸਨ ਤੇ ਉਹਨਾਂ ਚਿਰ ਜਪਜੀ ਸਾਹਿਬ ਦਾ ਪਾਠ ਹੁੰਦਾ ਰਿਹਾ ਜਿੰਨਾ ਚਿਰ ਭੌਰ ਉਡਾਰੀ ਨਹੀਂ ਮਾਰ ਗਿਆ।
ਤੀਸਰੇ ਸਨ ਭਾਈ ਸਤੀ ਦਾਸ ਜੀ। ਭਾਈ ਸਤੀ ਦਾਸ ਨੂੰ ਵੀ ਉਸੇ ਜਗ੍ਹਾ ਤੇ ਲਿਆਂਦਾ ਗਿਆ। ਉਹਨਾਂ ਦੇ ਸਰੀਰ ਦੇ ਦੁਆਲੇ ਰੂੰਹੀਂ ਲਪੇਟ ਕੇ ਉਹਨਾਂ ਨੂੰ ਜਿੰਦਾ ਉਸ ਬਲਦੀ ਅੱਗ ਦੇ ਵਿੱਚ ਸੜਨ ਲਈ ਮਜਬੂਰ ਕੀਤਾ ਗਿਆ। ਪਰ ਭਾਈ ਸਾਹਿਬ ਜਿਹੜੇ ਡੋਲਣ ਵਾਲੇ ਸਨ, ਉਹਨਾਂ ਨੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਨਮੁਖ ਖੜੇ ਹੋ ਕੇ ਉਸ ਰੂੰਹੀਂ ਦੇ ਵਿੱਚ ਸੜਦਿਆਂ ਹੋਇਆਂ ਨੇ ਜਪਜੀ ਸਾਹਿਬ ਜੀ ਦਾ ਪਾਠ ਸੰਪੂਰਨ ਕੀਤਾ ਤੇ ਆਖਰ ਉਹਨਾਂ ਦਾ ਭੌਰ ਵੀ ਉਡਾਰੀ ਮਾਰ ਗਿਆ ਤੇ ਸਰੀਰ ਜ਼ਮੀਨ ਤੇ ਡਿੱਗ ਪਿਆ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਤੋਂ ਪਹਿਲਾਂ ਇਹਨਾਂ ਤਿੰਨ ਸਿੱਖਾਂ ਦੀ ਸ਼ਹਾਦਤ ਹੋਈ। ਇਤਿਹਾਸਕਾਰ ਲਿਖਦੇ ਨੇ ਕਿ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਤਾਂ ਕਸ਼ਮੀਰੀ ਪੰਡਤਾਂ ਦੀ ਆਖੀਏ, ਬ੍ਰਾਹਮਣਾਂ ਦੀ ਆਖੀਏ, ਹਿੰਦੂ ਸਮਾਜ ਦੀ ਆਖੀਏ ਬਾਂਹ ਫੜੀ ਸੀ, ਲੇਕਿਨ ਇਹਨਾਂ ਤਿੰਨ ਸਿੱਖਾਂ ਦਾ ਕੀ ਕਸੂਰ ਸੀ? ਇਹਨਾਂ ਨੇ ਤੇ ਕਿਸੇ ਨੂੰ ਕੁਝ ਨਹੀਂ ਸੀ ਆਖਿਆ। ਅਸਲ ਵਿੱਚ ਇਹਨਾਂ ਨੂੰ ਇਸ ਤਰ੍ਹਾਂ ਦੇ ਤਸੀਹੇ ਦੇ ਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਬਿਲਕੁਲ ਸਾਹਮਣੇ ਇਹਨਾਂ ਨੂੰ ਸ਼ਹੀਦ ਇਸ ਲਈ ਕੀਤਾ ਗਿਆ ਕਿ ਇਹਨਾਂ ਦੀ ਸ਼ਹਾਦਤ ਨੂੰ ਵੇਖ ਕੇ, ਇਹਨਾਂ ਨੂੰ ਤਸੀਹੇ ਸਹਿੰਦਿਆਂ ਹੋਇਆਂ ਵੇਖ ਕੇ ਹੋ ਸਕਦਾ ਹੈ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਆਪਣਾ ਰਸਤਾ ਬਦਲ ਲੈਣ। ਪਰ ਗੁਰੂ ਤੇਗ ਬਹਾਦਰ ਸਾਹਿਬ ਕਦੋਂ ਰਸਤਾ ਬਦਲਣ ਵਾਲੇ ਸਨ? ਉਹਨਾਂ ਨੇ ਤੇ ਸੀਸ ਦਿਆ ਪਰ ਸਿਰ ਨਾ ਦਿਆ। ਆਪਣਾ ਸਿਰ ਦੇ ਦਿੱਤਾ ਪਰ ਆਪਣੀ ਦਲੇਰੀ, ਆਪਣਾ ਸਿਰੜ, ਆਪਣੇ ਮਨ ਦੀ ਮਜ਼ਬੂਤੀ ਉਹਨਾਂ ਨੇ ਨਹੀਂ ਤਿਆਗੀ। ਸੋ ਗੁਰੂ ਮਹਾਰਾਜ ਦੇ ਸੰਬੰਧ ਵਿੱਚ ਇਹ ਸ਼ਬਦ ਲਿਖੇ ਹੋਏ ਸਾਡੇ ਸਾਹਮਣੇ ਨੇ। ਤਿਲਕ ਜੰਨੂ ਰਾਖਾ ਪ੍ਰਭ ਤਾਕਾ, ਕੀਨੋ ਬਡੋ ਕਲੂ ਮਹਿ ਸਾਕਾ। ਇਸ ਤੋਂ ਵੱਡੀ ਕਿਹੜੀ ਕਰਾਮਾਤ ਹੋਰ ਲੋਕ ਵੇਖਣਾ ਚਾਹੁੰਦੇ ਸਨ? ਉਹ ਤਿਲਕ ਲਗਾਉਂਦੇ ਨਹੀਂ ਹਨ, ਉਹ ਜੰਨੂ ਪਾਉਂਦੇ ਨਹੀਂ ਹਨ, ਪਰ ਤਿਲਕ ਤੇ ਜੰਨੂ ਦੀ ਰਾਖੀ ਵਾਸਤੇ ਉਹ ਆਪਣੀ ਸ਼ਹਾਦਤ ਦਿੰਦੇ ਹਨ। ਇਸ ਤੋਂ ਵੱਡਾ ਸਾਕਾ ਕੀ ਹੋਏਗਾ ਤੇ ਇਸ ਤੋਂ ਵੱਡੀ ਕਰਾਮਾਤ ਵੀ ਕੀ ਹੋਏਗੀ? ਅਸੀਂ ਲੋਕ ਅਸਲ ਵਿੱਚ ਮਹਾਂਪੁਰਸ਼ਾਂ ਦੇ ਖਿਆਲਾਤਾਂ ਨੂੰ, ਮਹਾਂਪੁਰਸ਼ਾਂ ਦੀ ਕਰਨੀ ਨੂੰ ਅਸੀਂ ਸਮਝ ਨਹੀਂ ਸਕਦੇ ਹੁੰਦੇ। ਸਮਾਂ ਬੀਤ ਜਾਣ ਤੋਂ ਬਾਅਦ ਸਾਨੂੰ ਚੇਤਾ ਆਉਂਦਾ ਕਿ ਉਹ ਮਹਾਂਪੁਰਸ਼ ਕੀ ਆਖਿਆ ਕਰਦੇ ਸਨ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਪਾਵਨ ਬਚਨ ਆਪਾਂ ਪੜ੍ਹੀਏ। ਇਹਦੇ ਵਿੱਚ ਉਹ ਲਿਖਦੇ ਨੇ, ਹਰ ਕੇ ਨਾਮ ਬਿਨਾ ਦੁੱਖ ਪਾਵੈ, ਭਗਤ ਬਿਨਾ ਸਹਿਸਾ ਨਹਿ ਚੂਕੈ, ਗੁਰ ਇਹ ਭੇਦ ਬਤਾਵੈ। ਸਾਡਾ ਜੀਵਨ, ਸਮੁੱਚਾ ਜੀਵਨ ਹੀ ਇੱਕ ਕਰਾਮਾਤ ਹੈ। ਇਸ ਜੀਵਨ ਦੇ ਭੇਦ ਨੂੰ ਹੀ ਅਸੀਂ ਨਹੀਂ ਸਮਝ ਪਾਏ। ਜਿਹੜਿਆਂ ਲੋਕਾਂ ਨੇ ਇਸ ਜੀਵਨ ਦੇ ਭੇਦ ਨੂੰ ਸਮਝ ਲਿਆ, ਉਹਨਾਂ ਵਾਸਤੇ ਜਨਮ, ਜੀਵਨ ਤੇ ਮੌਤ ਇਹ ਕੋਈ ਬਹੁਤਾ ਫਰਕ ਆਪਸ ਵਿੱਚ ਨਹੀਂ ਰੱਖਦੇ ਹੁੰਦੇ। ਤਿੰਨੇ ਇੱਕੋ ਜਿਹੀਆਂ ਹੀ ਗੱਲਾਂ ਨੇ, ਕਿਉਂਕਿ ਤਿੰਨੇ ਹੀ ਚੀਜ਼ਾਂ ਨਾਸ਼ਵੰਤ ਨੇ। ਨਾ ਜਨਮ, ਨਾ ਜ਼ਿੰਦਗੀ ਤੇ ਨਾ ਮੌਤ, ਇਹ ਸਦੀਵੀ ਨਹੀਂ ਹਨ। ਇਹ ਇੱਕ ਵਕਤ ਚੀਜ਼ਾਂ ਹੁੰਦੀਆਂ ਸਾਨੂੰ ਨਜ਼ਰ ਆਉਂਦੀਆਂ ਨੇ। ਲੱਗਦਾ ਹੈ ਬੱਚੇ ਦਾ ਜਨਮ ਹੋਇਆ ਤੇ ਕਿੰਨਾ ਕੁ ਚਿਰ ਬੀਤਿਆ ਕਿ ਲੱਗਦਾ ਹੈ ਉਹ ਬੱਚਾ ਜਿਹੜਾ ਕੱਲ੍ਹ ਜਨਮਿਆ ਸੀ ਅੱਜ ਬੁੱਢਾ ਹੋ ਗਿਆ। ਤੇ ਕਿੰਨੇ ਕੁ ਦਿਨ ਬੀਤਦੇ ਨੇ, ਲੱਗਦਾ ਹੈ ਕਿ ਉਹ ਜਿਹੜਾ ਉਦੋਂ ਜਨਮਿਆ ਸੀ ਉਹ ਚੱਲ ਵਸਿਆ। ਕਿੰਨੀ ਕੁ ਲੰਮੀ ਜ਼ਿੰਦਗੀ ਹੈ, ਪਾਣੀ ਦੇ ਬੁਲਬੁਲੇ ਵਰਗੀ ਹੈ। ਉਹ ਹਵਾ ਉਹਦੇ ਅੰਦਰ ਭਰ ਜਾਂਦੀ ਹੈ, ਬੁਲਬੁਲਾ ਬਣ ਜਾਂਦਾ ਹੈ, ਹਵਾ ਨਿਕਲ ਜਾਂਦੀ ਹੈ, ਬੁਲਬੁਲਾ ਖਤਮ ਹੋ ਜਾਂਦਾ ਹੈ। ਇਹ ਭੇਦ ਗੁਰੂ ਜੀ ਦੱਸਦੇ ਨੇ। ਜ਼ਿੰਦਗੀ ਦੇ ਅੰਦਰ ਮਾਨਵਤਾ ਤਕਰੀਬਨ ਸਾਰੇ ਲੋਕ ਦੁਖੀ ਨੇ। ਨਾਨਕ ਦੁਖੀਆ ਸਭ ਸੰਸਾਰ,
ਸਾਰਾ ਸੰਸਾਰ ਦੁੱਖ ਵਿੱਚ ਜ਼ਿੰਦਗੀ ਜੀ ਰਿਹਾ ਹੈ। ਕੋਈ ਵਿਰਲਾ ਮਨੁੱਖ ਜਿਹੜਾ ਰੱਬ ਨਾਲ ਜੁੜਿਆ ਹੋਵੇ, ਗੁਰੂ ਨਾਲ ਜੁੜਿਆ ਹੋਵੇ, ਹੋ ਸਕਦਾ ਸੁਖੀ ਹੋਵੇ, ਨਹੀਂ ਤੇ ਕੋਈ ਸੁੱਖ ਵਾਲੀ ਚੀਜ਼ ਨਜ਼ਰ ਨਹੀਂ ਆਉਂਦੀ ਸੰਸਾਰ ਦੇ ਅੰਦਰ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜਦੋਂ ਪਟਨੇ ਨੂੰ ਜਾਂਦੇ ਨੇ ਆਪਣੇ ਪਰਿਵਾਰ ਸਹਿਤ, ਅਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਨਹੀਂ ਸੀ ਹੋਇਆ, ਉਸ ਯਾਤਰਾ ਤੇ ਉਸ ਪਾਸੇ ਨੂੰ ਗੁਰੂ ਸਾਹਿਬ ਤੁਰੇ ਜਾਂਦੇ ਨੇ। ਇਲਾਹਾਬਾਦ ਤੋਂ ਅੱਗੇ ਮਿਰਜ਼ਾਪੁਰ ਨੂੰ ਜਾਂਦਿਆਂ ਰਸਤੇ ਵਿੱਚ ਇੱਕ ਰਸਤੇ ਦੀ ਸਾਈਡ ਤੇ ਇੱਕ ਪਾਸੇ ਇੱਕ ਕੋਹੜੀ ਵਿਲਕਦਾ ਹੋਇਆ ਉਹਨਾਂ ਨੂੰ ਮਿਲਿਆ, ਜਿਹੜਾ ਉੱਚੀ ਉੱਚੀ ਹਾਏ ਹਾਏ ਕਰਦਾ ਸੀ ਪਿਆ, ਦੁੱਖ ਦੇ ਨਾਲ ਕਰਾਹ ਰਿਹਾ ਸੀ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਉੱਥੇ ਰੁਕੇ, ਸਾਥੀਆਂ ਸਿੱਖਾਂ ਨੂੰ ਆਖਣ ਲੱਗੇ ਵੀ ਆਵਾਜ਼ ਸੁਣੋ, ਕਿੱਥੋਂ ਆਉਂਦੀ ਹੈ ਤੇ ਕਿਹਦੀ ਆਵਾਜ਼ ਹੈ। ਉਹਨਾਂ ਨੇ ਰਾਹ ਤੋਂ ਥੋੜਾ ਅੱਗੇ ਪਿੱਛੇ ਹੋ ਕੇ ਵੇਖਿਆ ਤੇ ਆਖਿਆ, ਗੁਰੂ ਜੀ ਇੱਕ ਕੋਹੜੀ ਹੈ, ਉਹਦੇ ਸਰੀਰ ਉੱਤੇ, ਸਾਰੇ ਸਰੀਰ ਤੇ ਕੋਹੜ ਫੈਲਿਆ ਹੋਇਆ ਹੈ, ਉਹ ਬੜਾ ਦੁੱਖ ਦੇ ਵਿੱਚ ਜੀਵਨ ਬਤੀਤ ਕਰ ਰਿਹਾ ਹੈ, ਇਹ ਹਾਏ ਹਾਏ ਦੀ ਆਵਾਜ਼ ਉਹਦੀ ਆ ਰਹੀ ਹੈ। ਗੁਰੂ ਜੀ ਕਿਸੇ ਦਾ ਦੁੱਖ ਕਦੇ ਨਹੀਂ ਸਨ ਵੇਖ ਸਕਦੇ। ਵੇਖੋ ਨਾ, ਜਿਹੜਾ ਗੁਰੂ ਕਿਸੇ ਦੇ ਦੁੱਖ ਵਿੱਚ ਆਪ ਦੁਖੀ ਹੁੰਦਾ ਹੈ, ਕਿਸੇ ਦੀ ਥਾਂ ਉਹ ਆਪਣਾ ਸਰੀਰ ਵੀ ਕੁਰਬਾਨ ਕਰਨ ਤੋਂ ਸੰਕੋਚ ਨਹੀਂ ਕਰਦਾ, ਉਹ ਉਸ ਦੀਆਂ ਚੀਕਾਂ, ਉਸ ਦੀਆਂ ਪੁਕਾਰਾਂ ਸੁਣ ਕੇ ਕਿਵੇਂ ਅੱਗੇ ਜਾ ਸਕਦਾ ਸੀ। ਗੁਰੂ ਜੀ ਰੁਕ ਗਏ, ਉਸ ਕੋਹੜੀ ਦੇ ਕੋਲ ਚਲੇ ਗਏ, ਉਸ ਨੂੰ ਹੌਸਲਾ ਦਿੱਤਾ, ਉਹਦੀ ਸੇਵਾ ਸੰਭਾਲ ਦਾ ਇੰਤਜ਼ਾਮ ਕਰਵਾਇਆ ਤੇ ਇਤਿਹਾਸ ਵਿੱਚ ਲਿਖਿਆ ਕਿ ਉਹ ਰਾਜੀ ਹੋਇਆ, ਉਹ ਕੋਹੜੀ ਰਾਜੀ ਹੋਇਆ ਬਾਅਦ ਵਿੱਚ। ਸਿੱਖ ਸੰਗਤਾਂ ਨੇ ਗੁਰੂ ਜੀ ਨੂੰ ਪੁੱਛਿਆ, ਗੁਰੂ ਜੀ ਇਹ ਇੰਨਾ ਦੁਖੀ ਕਿਉਂ ਸੀ, ਇੰਨਾ ਪਰੇਸ਼ਾਨ ਕਿਉਂ ਹੋਇਆ, ਇਹਦੇ ਸਰੀਰ ਉੱਤੇ ਇੰਨਾ ਕੋਹੜ ਕਿਵੇਂ ਚੱਲ ਗਿਆ, ਕੀ ਹੋਇਆ, ਇਹਦੇ ਕਿਹੋ ਜਿਹੇ ਕਰਮ ਹੋਣਗੇ। ਗੁਰੂ ਜੀ ਨੇ ਆਖਿਆ, ਤੁਸੀਂ ਬਹੁਤਿਆਂ ਕਰਮਾਂ ਦੇ ਵਿਸਥਾਰ ਵਿੱਚ ਨਾ ਜਾਓ, ਮੈਂ ਤੁਹਾਨੂੰ ਇੱਕ ਭੇਦ ਦੀ ਗੱਲ ਦੱਸਦਾ, ਇੱਕ ਗੁੱਝੀ ਗੱਲ ਦੱਸਦਾ, ਇੱਕ ਰਹੱਸ ਦੱਸਦਾ ਜ਼ਿੰਦਗੀ ਦਾ। ਉਹ ਰਹੱਸ ਕੀ ਏ? ਹਰਿ ਕੇ ਨਾਮ ਬਿਨਾ ਦੁੱਖ ਪਾਵੈ। ਇਹ ਜੀਵ ਪਰਮਾਤਮਾ ਦੇ ਨਾਮ ਤੋਂ ਬਿਨਾ ਦੁਖੀ ਏ। ਕਿਸੇ ਦੇ ਸਰੀਰ ਦੇ ਉੱਤੇ ਕੋਹੜ ਏ ਤੇ ਕਿਸੇ ਦੇ ਮਨ ਵਿੱਚ ਕੋਹੜ ਏ। ਸਭ ਕੋਹੜੀ ਨੇ, ਕੋਈ ਨਹੀਂ ਬਚਿਆ ਹੋਇਆ। ਥੋੜੇ ਥੋੜੇ ਸਭ ਦੁਖੀ, ਸੁਖੀ ਹਰੀ ਦੇ ਦਾਸ। ਕੇਵਲ ਰੱਬ ਦੇ ਪਿਆਰੇ ਸੁੱਖ ਨਾਲ ਜ਼ਿੰਦਗੀ ਜਿਉਂਦੇ ਨੇ, ਵਰਨਾ ਸਾਰਾ ਸੰਸਾਰ ਦੁੱਖ ਭੋਗਦਾ ਹੀ ਇਸ ਸੰਸਾਰ ਤੋਂ ਚਲਾ ਜਾਂਦਾ ਹੈ। ਇਹ ਹੈ ਗੁਰੂ ਨੇ ਰਹੱਸਮਈ ਗੱਲ ਦੱਸੀ, ਭੇਦ ਭਰੀ ਗੱਲ ਦੱਸੀ ਕਿ ਅਸੀਂ ਦੁਖੀ ਕਿਉਂ ਹਾਂ। ਇੱਕੋ ਹੀ ਬਿਮਾਰੀ ਹੈ ਸਾਨੂੰ, ਅਸੀਂ ਰੱਬ ਦੇ ਨਾਂ ਤੋਂ ਟੁੱਟੇ ਹੋਏ ਹਾਂ। ਅਸੀਂ ਰੱਬ ਨੂੰ ਯਾਦ ਨਹੀਂ ਕਰਦੇ। ਜਦੋਂ ਦੁੱਖ ਆਉਂਦਾ ਉਦੋਂ ਅਰਦਾਸਾਂ ਕਰਦੇ ਹਾਂ, ਸੁੱਖ ਵਿੱਚ ਅਸੀਂ ਫਿਰ ਭੁੱਲ ਜਾਂਦੇ ਹਾਂ। ਭਗਤ ਬਿਨਾ ਸਹਿਸਾ ਨਹਿ ਚੂਕੈ। ਪਰਮਾਤਮਾ ਦੀ ਭਗਤੀ ਤੋਂ ਬਿਨਾ ਇਸ ਬੰਦੇ ਦਾ ਤੌਖਲਾ ਖਤਮ ਨਹੀਂ ਹੁੰਦਾ। ਤੌਖਲਾਈ ਤੇ ਦੁੱਖ ਹੈ। ਸਾਨੂੰ ਬੀਤੇ ਦੀਆਂ ਯਾਦਾਂ ਦੁਖੀ ਕਰਦੀਆਂ ਨੇ। ਵਕਤ ਜਿਹੜਾ ਚੱਲ ਰਿਹਾ ਉਹ ਪਰੇਸ਼ਾਨ ਕਰਦਾ। ਸਾਡੀਆਂ ਇੱਛਾਵਾਂ ਬਹੁਤੀਆਂ ਨੇ, ਆਉਣ ਵਾਲੇ ਦਾ ਸਾਨੂੰ ਪਤਾ ਹੀ ਨਹੀਂ ਤੇ ਡਰ ਬਣਿਆ ਰਹਿੰਦਾ ਕਿ ਪਤਾ ਨਹੀਂ ਕੀ ਹੋਏਗਾ। ਅਸੀਂ ਇਸ ਤਰ੍ਹਾਂ ਦੁੱਖਾਂ ਵਿੱਚ ਆਪਣੀ ਜ਼ਿੰਦਗੀ ਜਿਉਂਦੇ ਹਾਂ। ਗੁਰੂ ਅਮਰਦਾਸ ਮਹਾਰਾਜ ਜੀ ਨੇ ਆਖਿਆ ਸੀ, ਸਹਿ ਜੀਉ ਮਲੀਨ ਹੈ। ਇਹ ਸਾਡਾ ਮਲੀਨ ਹੋ ਗਿਆ ਮਨ ਸਹਿਸਿਆਂ ਦੇ ਕਾਰਨ, ਤੌਖਲਿਆਂ ਦੇ ਕਾਰਨ, ਚਿੰਤਾਵਾਂ ਤੇ ਝੋਰਿਆਂ ਦੇ ਕਾਰਨ। ਤੇ ਇਹ ਸਹਿਸੇ ਜਿਹੜੇ ਨੇ ਇਹ ਭਗਤੀ ਤੋਂ ਬਿਨਾ ਨਹੀਂ ਜਾਂਦੇ। ਇਹ ਰੱਬ ਦੀ ਯਾਦ ਵਿੱਚ ਜੁੜਨ ਤੋਂ ਬਿਨਾ ਸਾਡੀਆਂ ਚਿੰਤਾਵਾਂ, ਝੋਰੇ, ਤੌਖਲੇ ਖਤਮ ਨਹੀਂ ਹੋਣ ਵਾਲੇ। ਤੇ ਇਹਦੇ ਲਈ ਸਾਨੂੰ ਹਰੀ ਦੇ ਨਾਮ ਵਿੱਚ ਜੁੜਨਾ ਚਾਹੀਦਾ, ਪਰਮਾਤਮਾ ਦੀ ਭਗਤੀ ਵਿੱਚ ਜੁੜਨਾ ਚਾਹੀਦਾ। ਸਤਿਗੁਰੂ ਜੀ ਨੇ ਆਖਿਆ,
ਵੇਖੋ, ਲੋਕ ਪਰਮਾਤਮਾ ਦੀ ਭਗਤੀ ਵਿੱਚ ਨਹੀਂ ਜੁੜਦੇ, ਪਰਮਾਤਮਾ ਦੀ ਬੰਦਗੀ ਵਿੱਚ ਨਹੀਂ ਜੁੜਦੇ, ਤੇ ਹੋਰ ਵਿਖਾਵੇ ਦੇ ਕਰਮ ਕਰਦੇ ਰਹਿੰਦੇ ਨੇ। ਉਹ ਵਿਖਾਵੇ ਦੇ ਕਰਮ ਕੀ ਨੇ? ਕੋਈ ਯੋਗ ਸਾਧਨਾਵਾਂ ਕਰਦਾ ਹੈ, ਕੋਈ ਜਗ ਆਦਿ ਕਰਦਾ ਹੈ, ਭੁੱਖਿਆਂ ਨੂੰ ਰੋਟੀ ਖਵਾਉਂਦਾ ਹੈ, ਕੋਈ ਤੀਰਥਾਂ ਉੱਤੇ ਭਟਕਦਾ ਫਿਰਦਾ ਹੈ, ਕੋਈ ਲੋਕ ਵਰਤ ਰੱਖਦੇ ਫਿਰਦੇ ਨੇ। ਗੁਰੂ ਜੀ ਨੇ ਸਾਰੇ ਜ਼ਿਕਰ ਕੀਤੇ ਇਸ 2 ਲਾਈਨਾਂ ਦੇ ਅੰਦਰ। ਕਹਾਂ ਭਇਓ ਤੀਰਥ ਬ੍ਰਤ ਕੀਏ, ਰਾਮ ਸ਼ਰਨ ਨਹੀਂ ਆਵੈ, ਜੋਗ ਜਗ ਨਿਹਫਲ ਤਿਹ ਮਾਨੋ, ਜੋ ਪ੍ਰਭ ਜਸ ਬਿਸਰਾਵੈ। ਜਿਹੜਾ ਬੰਦਾ ਪਰਮਾਤਮਾ ਦੀ ਸ਼ਰਨ ਵਿੱਚ ਨਹੀਂ ਆਉਂਦਾ, ਜਿਹੜਾ ਬੰਦਾ ਪਰਮਾਤਮਾ ਦੀ ਸਿਫਤ ਸਲਾਹ ਨੂੰ ਭੁਲਾ ਦਿੰਦਾ ਹੈ, ਭਾਵ ਉਹਦੇ ਨਾਮ ਦਾ ਸਿਮਰਨ ਨਹੀਂ ਕਰਦਾ, ਪ੍ਰਭੂ ਦੀ ਭਗਤੀ ਵਿੱਚ ਨਹੀਂ ਜੁੜਦਾ, ਉਹਦੇ ਇਹ ਸਾਰੇ ਕੀਤੇ ਹੋਏ ਧਾਰਮਿਕ ਕਰਮ ਵਿਅਰਥ ਚਲੇ ਜਾਂਦੇ ਨੇ। ਤੀਰਥਾਂ ਤੇ ਭਟਕਣਾ ਜਾਂ ਭਰਮਣਾ, ਵਰਤ ਆਦਿਕ ਰੱਖਣੇ, ਯੋਗ ਸਾਧਨਾਵਾਂ ਕਰਨੀਆਂ, ਯੱਗ ਆਦਿ ਕਰਨੇ ਤੇ ਕਰਾਉਣੇ, ਇਹ ਸਾਰੇ ਕਹੇ ਜਾਂਦੇ ਨੇ ਧਾਰਮਿਕ ਕਰਮ ਨੇ, ਪਰ ਇਹ ਸਾਰੇ ਕਰਮ ਵਿਅਰਥ ਹੋ ਜਾਂਦੇ ਨੇ ਜੇ ਬੰਦਾ ਪ੍ਰਭੂ ਦੀ ਭਗਤੀ ਵਿੱਚ ਨਹੀਂ ਜੁੜਦਾ। ਆਪਾਂ ਕਈ ਵਾਰੀ ਗੱਲ ਕਰ ਚੁੱਕੇ ਹਾਂ ਕਿ ਇਹ ਸਾਰੇ ਕਰਮ ਜਿੰਨੇ ਵੀ ਧਾਰਮਿਕ ਕਰਮ ਨੇ, ਇਹ ਮਾਨੋ ਇੱਕ ਜ਼ੀਰੋ ਦੀ ਤਰ੍ਹਾਂ ਹੁੰਦੇ ਨੇ। ਪਰਮਾਤਮਾ ਦਾ ਅੰਮ੍ਰਿਤ ਨਾਮ ਉਹ ਨੰਬਰ 1 ਵਰਗਾ ਹੁੰਦਾ ਹੈ। ਅਸੀਂ 0 0 1 2 4 10 20 50 100 ਲਾਈ ਜਾਈਏ, ਉਹਨਾਂ ਦੀ ਭਾਵੇਂ ਹਜ਼ਾਰਾਂ ਜ਼ੀਰੋ ਲਗਾ ਦਈਏ, ਵੈਲਿਊ ਜ਼ੀਰੋ ਹੀ ਰਹਿੰਦੀ ਹੈ, ਫਰਕ ਨਹੀਂ ਪੈਂਦਾ। ਲੇਕਿਨ ਜੇ ਉਹਨਾਂ ਜ਼ੀਰੋਜ਼ ਤੋਂ ਪਹਿਲਾਂ ਅਸੀਂ ਨੰਬਰ 1 ਲਗਾ ਦਈਏ ਤੇ ਹਰ ਜ਼ੀਰੋ ਦੀ ਕੀਮਤ, ਉਹਦੀ ਵੈਲਿਊ 10 ਗੁਣਾ ਵੱਧ ਜਾਂਦੀ ਹੈ। ਸੋ ਗੁਰੂ ਸਾਹਿਬ ਸਾਨੂੰ ਇਹ ਗੱਲ ਸਮਝਾਉਂਦੇ ਨੇ ਕਿ ਸਾਨੂੰ ਚਾਹੀਦਾ ਸੀ ਇੱਕ ਪ੍ਰਭੂ ਦੀ ਭਗਤੀ ਵਿੱਚ ਜੁੜੀਏ। ਨੰਬਰ 1 ਗੁਰੂ ਨਾਨਕ ਸਾਹਿਬ ਨੇ ਆਪਣੀ ਸਮੁੱਚੀ ਬਾਣੀ ਤੋਂ ਪਹਿਲਾਂ ਨੰਬਰ 1 ਹੀ ਲਿਖਿਆ ਹੋਇਆ ਹੈ। ਜੇ ਅਸੀਂ ਇੱਕ ਨਾਲ ਜੁੜੇ ਰਹਿ ਗਏ ਤੇ ਅਗਲੇ ਜਿੰਨੇ ਵੀ ਕਿਰਿਆ ਕਰਮ ਨੇ ਉਹ ਸਾਰੇ ਸਕਾਰਥ ਹੋ ਜਾਣਗੇ। ਫਿਰ ਤੀਰਥਾਂ ਤੇ ਜਾਣਾ ਵੀ, ਵਰਤ ਆਦਿਕ ਰੱਖਣੇ ਵੀ, ਯੋਗ ਕਿਰਿਆਵਾਂ ਕਰਨੀਆਂ ਵੀ, ਯੱਗ ਆਦਿਕ ਕਰਨੇ ਵੀ ਸਫਲ ਹੋ ਜਾਣਗੇ ਜੇ ਅਸੀਂ ਇੱਕ ਨਾਲ ਜੁੜੇ ਹੋਏ ਹਾਂ। ਜੇ ਇੱਕ ਨਾਲੋਂ ਟੁੱਟ ਗਏ ਹਾਂ ਤੇ ਫਿਰ ਇਹ ਸਾਰੇ ਕਰਮ ਇੱਕ ਜ਼ੀਰੋ ਤੋਂ ਵੱਧ ਕੁਝ ਵੀ ਨਹੀਂ ਹੋ ਜਾਂਦੇ, ਰਹਿ ਜਾਂਦੇ। ਸੋ ਗੁਰੂ ਸਾਹਿਬ ਨੇ ਆਖਿਆ, ਭਾਈ ਗੁਰਮੁਖੋ, ਹਰ ਕੇ ਨਾਮ ਬਿਨਾ ਦੁੱਖ ਪਾਵੈ। ਇਹ ਬੰਦਾ ਦੁਖੀ ਸਿਰਫ ਤੇ ਸਿਰਫ ਇਸ ਲਈ ਹੈ ਕਿ ਇਹ ਪਰਮਾਤਮਾ ਦੀ ਭਗਤੀ ਤੋਂ ਵਿਹੂਣਾ ਹੈ, ਹੋਰ ਕੋਈ ਗੱਲ ਨਹੀਂ। ਅਖੀਰ ਵਿੱਚ ਸਤਿਗੁਰੂ ਜੀ ਨੇ ਜਿਹੜੇ ਸਾਨੂੰ ਸੁਝਾਅ ਦਿੱਤੇ ਨੇ, ਆਖਦੇ ਨੇ, ਮਾਨ ਮੋਹ ਦੋਨੋਂ ਕੋ ਪਰ ਹਰ, ਗੋਬਿੰਦ ਕੇ ਗੁਣ ਗਾਵੇ। ਬੰਦੇ ਨੂੰ ਕੀ ਕਰਨਾ ਚਾਹੀਦਾ? ਇਹ ਰੋਗ ਨੇ ਜੀ ਸਾਡੇ ਅੰਦਰ, ਮਾਨ ਅਤੇ ਮੋਹ। ਮਾਨ ਆਪਣੇ ਆਪੇ ਦਾ, ਆਪਣੇ ਪਰਿਵਾਰ ਦਾ, ਜੋ ਕੁਝ ਸਾਡੇ ਕੋਲ ਅਸੀਂ ਵਾਲੇਵਾ ਇਕੱਠਾ ਕੀਤਾ ਹੈ, ਉਸ ਦਾ ਮਾਨ ਹੋਣਾ, ਉਸ ਦਾ ਅਹੰਕਾਰ ਹੋਣਾ, ਅਤੇ ਉਸ ਸਭ ਕਾਸੇ ਦੇ ਮੋਹ ਵਿੱਚ ਫਸੇ ਹੋਣਾ ਕਿ ਸਾਡੇ ਕੋਲੋਂ ਕੋਈ ਚੀਜ਼ ਸਾਡੇ ਹੱਥੋਂ ਨਿਕਲ ਨਾ ਜਾਏ। ਗੁਰੂ ਜੀ ਨੇ ਆਖਿਆ ਇਹਨਾਂ ਦੋਨਾਂ ਦਾ ਤਿਆਗ ਕਰਨਾ ਚਾਹੀਦਾ ਹੈ। ਇਹਨਾਂ ਦੋਵਾਂ ਨੂੰ ਛੱਡ ਕੇ, ਹੰਕਾਰ ਨੂੰ ਤੇ ਮੋਹ ਨੂੰ, ਇਹਨਾਂ ਦੋਹਾਂ ਚੀਜ਼ਾਂ ਨੂੰ ਛੱਡ ਕੇ ਸਾਨੂੰ ਗੋਬਿੰਦ ਕੇ ਗੁਣ ਗਾਉਣੇ ਚਾਹੀਦੇ ਨੇ। ਭਾਵ ਪ੍ਰਭੂ ਦੀ ਭਗਤੀ ਕਰਨੀ ਚਾਹੀਦੀ ਹੈ। ਕਹੋ ਨਾਨਕ ਇਹ ਬਿਧ ਕੋ ਪ੍ਰਾਨੀ, ਜੀਵਨ ਮੁਕਤ ਕਹਾਵੈ। ਜਿਹੜਾ ਇਸ ਤਰੀਕੇ ਨਾਲ ਜ਼ਿੰਦਗੀ ਜਿਉਂਦਾ, ਪਰਮਾਤਮਾ ਦੀ ਭਗਤੀ ਵਿੱਚ ਚਿੱਤ ਜੋੜਦਾ ਹੈ, ਮਾਨ ਮੋਹ ਆਦਿਕ ਚੀਜ਼ਾਂ ਦਾ ਤਿਆਗ ਕਰਦਾ ਹੈ, ਵਿਖਾਵੇ ਦੇ ਕਰਮ ਕਾਂਡ ਛੱਡਦਾ ਹੈ, ਕੇਵਲ ਪ੍ਰਭੂ ਦੀ ਭਗਤੀ ਉੱਤੇ ਇੱਕ ਆਸਥਾ ਰੱਖਦਾ ਹੈ, ਜਿਹੜਾ ਇਸ ਤਰੀਕੇ ਨਾਲ ਮਨੁੱਖ ਜੀਵਨ ਜਿਉਂਦਾ ਹੈ, ਜੀਵਨ ਮੁਕਤ ਕਹਾਵੈ। ਉਹ ਮਨੁੱਖ ਜਿਉਂਦੇ ਜੀ ਮੁਕਤ ਹੋ ਜਾਂਦਾ ਹੈ। ਹੁਣ ਜਿਸ ਗੁਰੂ ਨੇ ਸਾਨੂੰ ਇਹ ਭੇਦ ਭਰੀ ਗੱਲ ਦੱਸੀ ਕਿ ਪਰਮਾਤਮਾ ਦੀ ਭਗਤੀ ਤੋਂ ਬਿਨਾਂ ਮਨੁੱਖ
ਦੁਖੀ ਰਹਿੰਦਾ ਹੈ। ਅਸੀਂ ਆਪਣੇ ਜੀਵਨ ਨਾਲ ਚੰਬੜੇ ਹੋਏ ਹਾਂ, ਹਾਏ ਕਿਤੇ ਕੁਛ ਹੋ ਨਾ ਜਾਏ। ਪਰ ਜਿਸ ਮਨੁੱਖ ਨੂੰ ਇਹ ਸਮਝ ਆ ਗਈ ਹੋਵੇ ਕਿ ਜੀਵਨ ਮੁਕਤ ਕਿਸ ਨੂੰ ਆਖਦੇ ਨੇ, ਜੀਵਨ ਮੁਕਤ ਸੋ ਆਖੀਐ ਮਰ ਜੀਵੈ ਮਰੀਆ। ਉਹ ਜਿਉਂਦਾ ਮੁਕਤ ਹੁੰਦਾ ਹੈ ਪ੍ਰਾਣੀ, ਜਿਹੜਾ ਆਪਣੀ ਜ਼ਿੰਦਗੀ ਦੇ ਅੰਦਰ ਆਪਣੇ ਆਪ ਨੂੰ ਉਸ ਥਾਂ 'ਤੇ ਲੈ ਜਾਏ ਜਿੱਥੇ ਕਿਸੇ ਨੇ ਮਰ ਕੇ ਪਹੁੰਚਣਾ ਹੈ। ਸੋ ਜਦੋਂ ਕੋਈ ਮਨੁੱਖ ਆਪਣੇ ਅਹੰਕਾਰ ਦਾ ਤਿਆਗ ਕਰ ਦਿੰਦਾ ਹੈ, ਮਾਣ ਤੇ ਮੋਹ ਨੂੰ ਛੱਡ ਦਿੰਦਾ ਹੈ, ਉਹ ਉਸ ਅਵਸਥਾ ਵਿੱਚ ਪਹੁੰਚ ਜਾਂਦਾ ਹੈ। ਤੇ ਜਿਹੜਾ ਪ੍ਰਾਣੀ ਉਸ ਅਵਸਥਾ ਵਿੱਚ ਪਹੁੰਚਿਆ ਹੋਵੇ, ਉਹਨੂੰ ਭਲਾ ਆਰੇ ਦਾ ਕੀ ਡਾਰੇ ਹੁਣ। ਸਾਨੂੰ ਤੇ ਡਰ ਲੱਗਦਾ ਹੈ ਜੀ, ਸਾਨੂੰ ਤੇ ਕੰਡਾ ਚੁੱਭ ਜਾਏ ਤੇ ਦੁੱਖ ਆਉਂਦਾ, ਅਸੀਂ ਤੇ ਤੜਪ ਕੇ ਜਾ ਪੈਂਦੇ ਹਾਂ, ਕਿਉਂਕਿ ਸਾਡੀ ਉਹ ਅਵਸਥਾ ਨਹੀਂ ਬਣੀ। ਅਸੀਂ ਅਜੇ ਰੱਬ ਦੀ ਭਗਤੀ ਵਿੱਚ ਜੁੜ ਨਹੀਂ ਪਾਏ, ਅਜੇ ਰੱਬ ਦੀ ਭਗਤੀ ਦੀਆਂ ਅਸੀਂ ਗੱਲਾਂ ਕਰਦੇ ਹਾਂ। ਪਰ ਧੰਨ ਸਨ ਭਾਈ ਮਤੀ ਦਾਸ, ਉਹ ਉਸ ਅਵਸਥਾ ਵਿੱਚ ਪਹੁੰਚੇ ਸਨ, ਉਹਨਾਂ ਨੂੰ ਆਰੇ ਦੇ ਦੰਦੇ ਡਰਾ ਨਾ ਸਕੇ। ਉਹ ਆਰੇ ਦੇ ਦੰਦਿਆਂ ਨੂੰ ਇਸ ਤਰ੍ਹਾਂ ਕਹਿ ਰਹੇ ਨੇ, ਸਹਿਜੇ ਸਹਿਜੇ ਜਾਏ ਆਰਾ ਪਿਆਰਾ ਲਾਗਤ ਹੈ। ਮੈਨੂੰ ਪਤਾ ਹੈ ਨਾ ਇਹ ਜ਼ਿੰਦਗੀ ਦੁਬਾਰਾ ਮਿਲਣੀ ਹੈ ਤੇ ਨਾ ਹੀ ਮੌਤ ਦੁਬਾਰਾ ਆਉਣੀ ਹੈ। ਮੌਤ ਵੀ ਜ਼ਿੰਦਗੀ ਵਿੱਚ ਇੱਕੋ ਦਫਾ ਹੀ ਆਉਂਦੀ ਹੈ ਤੇ ਉਹ ਸੂਰਮਿਆਂ ਵਾਲੀ ਮੌਤ ਉਹਨਾਂ ਨੇ ਲਈ, ਰਹਿੰਦੀ ਦੁਨੀਆ ਤੱਕ ਲੋਕ ਉਹਨਾਂ ਨੂੰ ਯਾਦ ਕਰਨਗੇ। ਮੈਨੂੰ ਆਰਾ ਬਹੁਤ ਪਿਆਰਾ ਲੱਗਦਾ ਹੈ, ਸਹਿਜੇ ਸਹਿਜੇ ਫੇਰੋ, ਮੈਂ ਜਪਜੀ ਦਾ ਪਾਠ ਕਰਨਾ ਹੈ। ਜਲਾਦਾਂ ਨੇ ਪੁੱਛਿਆ ਸੀ, ਭਾਈ ਮਤੀ ਦਾਸ ਤੂੰ ਹੁਣ ਜ਼ਿੰਦਗੀ ਤੇਰੀ ਅਖੀਰਲੇ ਦਮਾਂ 'ਤੇ ਹੈ, ਤੇਰੀ ਕੋਈ ਅੰਤਮ ਖਾਹਿਸ਼ ਤਾਂ ਨਹੀਂ ਤੇਰੇ ਮਨ ਵਿੱਚ? ਉਹ ਕਹਿੰਦੇ ਨੇ ਇੱਕ ਹੈਗੀ ਹੈ, ਦੱਸ ਜੇ ਪੂਰੀ ਕਰਨ ਯੋਗ ਹੋਈ ਤਾਂ ਅਸੀਂ ਪੂਰੀ ਕਰਾਂਗੇ। ਭਾਈ ਸਾਹਿਬ ਨੇ ਆਖਿਆ ਸੀ, ਜਦੋਂ ਮੇਰੇ ਸਿਰ ਦੇ ਉੱਤੇ ਤੁਸੀਂ ਆਰਾ ਰੱਖੋ, ਮੇਰਾ ਮੁੱਖ ਮੇਰੇ ਸਤਿਗੁਰੂ ਵੱਲ ਹੋਵੇ। ਕਿਤੇ ਮੈਂ ਸਾਰੀ ਜ਼ਿੰਦਗੀ ਆਪਣੇ ਗੁਰੂ ਨੂੰ ਕੰਡ ਨਹੀਂ ਦਿੱਤੀ ਤੇ ਮਰਦੇ ਵਕਤ ਮੈਂ ਉਹਨਾਂ ਦੇ ਸਾਹਮਣੇ ਖਲੋ ਕੇ ਸਨਮੁਖ ਹੋ ਕੇ ਆਪਣਾ ਸਰੀਰ ਤਿਆਗਣਾ ਚਾਹੁੰਦਾ। ਭਾਈ ਸਤੀ ਦਾਸ, ਭਾਈ ਦਿਆਲ ਦਾਸ, ਉਹ ਵੀ ਇਸੇ ਤਰ੍ਹਾਂ ਹੀ ਹੱਸਦੇ ਹੱਸਦੇ ਗੁਰੂ ਦੇ ਸਨਮੁਖ ਖਲੋਤੇ ਹੋਏ ਸ਼ਹੀਦ ਹੋਏ ਸਨ। ਉਹਨਾਂ ਲੋਕਾਂ ਨੇ ਗੁਰ ਇਹ ਭੇਦ ਬਤਾਵੇ, ਜਿਹੜਾ ਗੁਰੂ ਨੇ ਉਹਨਾਂ ਨੂੰ ਭੇਦ ਦੱਸਿਆ ਸੀ ਜ਼ਿੰਦਗੀ ਦਾ ਤੇ ਮੌਤ ਦਾ, ਉਹਨਾਂ ਨੇ ਉਸ ਨੂੰ ਸਮਝ ਲਿਆ ਸੀ। ਅਸੀਂ ਭੇਦ ਬਹੁਤ ਵਾਰੀ ਪੜ੍ਹ ਲਿਆ, ਬਹੁਤ ਵਾਰੀ ਸੁਣ ਲਿਆ, ਪਰ ਅਸੀਂ ਅਜੇ ਉਹਨੂੰ ਸਮਝਿਆ ਨਹੀਂ। ਜਿੱਦਣ ਆਪਾਂ ਸਮਝ ਲਵਾਂਗੇ, ਆਪਾਂ ਨੂੰ ਵੀ ਜ਼ਿੰਦਗੀ ਤੇ ਮੌਤ ਫਿਰ ਇਹ ਦੋ ਵੱਖਰੀਆਂ ਚੀਜ਼ਾਂ ਨਹੀਂ ਜਾਪਣਗੀਆਂ, ਇਹ ਇੱਕੋ ਹੀ ਗੱਲ ਹੈ। ਅਸਲ ਵਿੱਚ ਜਦੋਂ ਅਸੀਂ ਜਨਮ ਲੈਂਦੇ ਹਾਂ, ਮੌਤ ਸਾਡੇ ਨਾਲ ਆਉਂਦੀ ਹੈ। ਇਹ ਨਹੀਂ ਕਿ ਮੌਤ ਮਰਨ ਵੇਲੇ ਆਏਗੀ, ਮੌਤ ਉਸ ਦਿਨ ਨਾਲ ਆ ਜਾਂਦੀ ਹੈ ਜਿਸ ਦਿਨ ਸਾਡਾ ਜਨਮ ਹੁੰਦਾ ਹੈ। ਜੇ ਕੋਈ ਮਨੁੱਖ ਆਖੇ ਮੈਨੂੰ ਦਿਨ ਚਾਹੀਦੇ ਨੇ, ਰਾਤ ਨਹੀਂ ਚਾਹੀਦੀ, ਇਹ ਹੋ ਨਹੀਂ ਸਕਦਾ, ਇਹ ਕੁਦਰਤ ਦਾ ਅਸੂਲ ਹੀ ਨਹੀਂ ਹੈ। ਦਿਨ ਚਾਹੀਦਾ ਹੈ ਤੇ ਰਾਤ ਨਾਲ ਮਿਲੇਗੀ, ਉਹ ਰਾਤ ਜ਼ਰੂਰ ਆਏਗੀ ਨਾਲ। ਜੀਵਨ ਚਾਹੀਦਾ ਹੈ ਤੇ ਮੌਤ ਨਾਲ ਹਰ ਹਾਲਤ ਵਿੱਚ ਆਏਗੀ। ਲੇਕਿਨ ਉਹਨਾਂ ਗੁਰਮੁਖਾਂ ਪਿਆਰਿਆਂ ਨੇ, ਉਹਨਾਂ ਮਹਾਂਪੁਰਸ਼ਾਂ ਨੇ ਜੀਵਨ ਤੇ ਮੌਤ ਦੇ ਭੇਦ ਨੂੰ ਗੁਰੂ ਦੇ ਲੜ ਲੱਗ ਕੇ ਸਮਝ ਲਿਆ ਸੀ। ਜਿਹੜਾ ਗੁਰੂ ਨੇ ਭੇਦ ਦੱਸਿਆ ਸੀ, ਉਸ ਦੀ ਉਹਨਾਂ ਨੇ ਜਾਣਕਾਰੀ ਗੁਰੂ ਤੋਂ ਹਾਸਲ ਕਰਕੇ ਆਪਣੇ ਜੀਵਨ ਵਿੱਚ ਉਸ ਭੇਦ ਨੂੰ ਸਮਝ ਕੇ ਜ਼ਿੰਦਗੀ 'ਚ ਅਪਣਾ ਲਿਆ ਸੀ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਸੀਸ ਦੀਆ ਪਰ ਸਿਰ ਨਾ ਦੀਆ। ਉਹਨਾਂ ਨੇ ਠੀਕਰ ਫੋਰ ਦਿਲੀਸ ਸਿਰ ਪ੍ਰਭ ਪੁਰ ਕੀਆ ਭਿਆਨ, ਤੇਗ ਬਹਾਦਰ ਸੀ ਕਿਰਿਆ ਕਰੀ ਨ ਕਿਨਹੂ ਆਨ। ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਕ, ਹੈ
ਹੈ ਸਭ ਜਗ ਭਇਓ। ਜੈ 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 ਸੁਰਲੋਕ। ਗੁਰੂ ਮਹਾਰਾਜ ਮਿਹਰ ਕਰਨ, ਅਸੀਂ ਉਹਨਾਂ ਦੇ ਪਾਏ ਹੋਏ ਪੂਰਨਿਆਂ 'ਤੇ ਚੱਲ ਸਕੀਏ। ਜੋ ਉਹਨਾਂ ਨੇ ਜ਼ਿੰਦਗੀ ਅਤੇ ਮੌਤ ਦੇ ਭੇਦ ਦੱਸੇ ਨੇ ਗੁਰਬਾਣੀ ਦੇ ਅੰਦਰ, ਉਹਨਾਂ ਨੂੰ ਸਮਝ ਕੇ ਜੀਵਨ ਵਿੱਚ ਅਪਣਾ ਸਕੀਏ। ਆਪ ਸੰਗਤ ਨੇ ਅੱਜ ਦੇ ਵਿਚਾਰ ਨੂੰ ਬੜੇ ਪਿਆਰ ਨਾਲ ਬੈਠ ਕੇ ਸੁਣਿਆ। ਆਪ ਸਭਨਾਂ ਦਾ ਬਹੁਤ ਬਹੁਤ ਧੰਨਵਾਦ। ਮੇਰੇ ਪਾਸੋਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨਾ। ਪਿਆਰ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।